सत श्री अकाल पीटीसी वेखण वाले साडे सारे दर्शकों का स्वागत। मैं हाँ तुहाडे नाल अमित मल्होत्रा लैके हाज़र अज दी खास पेशकश की समझिए। अज दे इस खास प्रोग्राम च गल करांगे उन्हां अध्यापकों की जिन्हां दे सबर दा बंन हुण टुट चुकिया। नाल ही गल करांगे सूबे च फैले नशियां दे जाल दी अते उन्हां लोकां दी जो इस जाल चों निकल के एक नवें अते शायद इस तों भी किधरे ज्यादा खतरनाक मकड़ जाल च फसदे नजर आ रहे ने। गल पंजाब पुलिस दी भी करांगे जिसनों लगता है कि हुण विवादां च रहण दी आदत ही पै चुकी है। पर सब तो पहलां गल करदे हां अध्यापकां दी। जे तुसीं सोचदे हो कि पंजाब सरकार खिलाफ धरने ते बैठे कच्चे मुलाजमां दे विच सिर्फ नौजवान अध्यापक ही हन तां तुसीं गलत सोच रहे हो, क्योंकि इत्थे अजिहे अध्यापक भी ने जिन्हां नूं 4-5 नहीं सगों 18-18 साल हो चुके ने नौकरी करदिआं नूं। इन्ने सालां च इन्हां नूं इंक्रीमेंट यानी कि अपनी तनख्वाह दे विच इजाफा मिलिया सिर्फ और सिर्फ महज 5000 रुपए का, ते कईयां नूं ਉਹ भी मुनाफा नसीब नहीं होया। की है पूरी कहानी विखाने तुहानूं एक रिपोर्ट दे राहीं। दहाकियां तो 5 ਤੋਂ 6 हज़ार रुपए की नौकरी कर रहे इन्हां अध्यापकां दे सबर दा बंन हुण टुट चुकिया है। सरकार दे वायदियां ते हुण इन्हां नूं यकीन नहीं, इसलिए हुण आर पार दी जंग छेड़ी बैठे ने। कई तां अजिहे भी ने जो अद्धी उम्र कट चुके ने, सिर दे वाल सफेद हो चुके ने, जिन्हां दी ना ही कोई जंग लड़न दी उम्र है ते ना ही पक्की नौकरी करवाउण लई पेपर देण दी। पर बावजूद इस दे उन्हां नूं कहा जा रहा है कि जे पक्की नौकरी चाहिदी है तां ਪ੍ਰੀਖਿਆ पास करो। ਪ੍ਰੀਖਿਆ भी ਉਹ जो होण तो ਪਹਿਲਾਂ ही ਮੁਲਤਵੀ कर ਦਿੱਤੀ ਜਾਂਦੀ ਹੈ। ਕੱਚੇ ਅਧਿਆਪਕ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਆਪਣਾ ਪ੍ਰੋਟੈਸਟ ਕਰ ਰਹੇ ਨੇ। ਇਸ ਪ੍ਰੋਟੈਸਟ ਦੇ ਵਿੱਚ ਸਾਨੂੰ ਅਜਿਹੇ ਵੀ ਅਧਿਆਪਕ ਮਿਲੇਗੀ ਜਿਨ੍ਹਾਂ ਦੀ ਉਮਰ ਇੰਨੀ ਹੋ ਗਈ ਤਾਂ ਜਿਨ੍ਹਾਂ ਨੂੰ ਸਰਕਾਰ ਦੁਬਾਰਾ ਜਿਹੜਾਗਾ ਟੈਸਟ ਦੇਣ ਵਾਸਤੇ ਕਹਿ ਰਹੀ ਹੈ ਤੇ ਤਨਖਾਹ ਉਹਨਾਂ ਦੀ ਹਜੇ ਵੀ ਜਿਹੜੀ ਹੈਗੀ 6000 ਹੈਗੀ। ਇਹ ਦੱਸੋ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਜੀ, ਤੁਹਾਡਾ ਕਦੋਂ ਤੁਸੀਂ ਸਕੂਲ ਦੇ ਵਿੱਚ ਪੜ੍ਹਾਉਣ ਲੱਗੇ ਸੀਗੇ ਜੀ? ਮੈਂ ਮੋਗੇ ਜ਼ਿਲ੍ਹੇ ਤੋਂ ਆ, ਮੇਰਾ ਪਿੰਡ ਛੋਟਾ ਘਰ ਆ ਤੇ ਮੇਰਾ 2003 ਤੋਂ ਮੈਂ ਲੱਗੀ ਆ ਤੇ 1000 ਤਨਖਾਹ ਤੇ ਲੱਗੀ ਸੀਗੀ ਤੇ ਉਸ ਤੋਂ ਬਾਅਦ ਈਟੀਟੀ ਕੀਤੀ, ਐਨਟੀਟੀ ਕੀਤੀ ਆ ਤੇ ਹੁਣ 6000 ਤਨਖਾਹ ਹੈ ਮੇਰੀ ਸਿਰਫ। ਕਿੰਨੀ ਉਮਰ ਹੋ ਗਈ? ਮੇਰੀ 50 ਸਾਲ ਦੀ ਆ, 71 ਦਾ ਮੇਰਾ ਬਰਥ ਆ ਤੇ ਮੈਂ ਬਹੁਤ ਗਰੀਬ ਘਰ ਦੀ ਸੀਗੀ, ਮਤਲਬ ਕਿ ਮੇਰੇ 3 ਬੱਚੇ ਆ ਤੇ ਮੈਂ ਵੀ ਮਤਲਬ ਆਪਦਾ ਗੁਜ਼ਾਰਾ ਮਸਾਂ ਕਰ। ਮੋਗਾ ਦੀ ਰਹਿਣ ਵਾਲੀ ਸ਼ਰਨਜੀਤ ਕੌਰ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਅੱਖਾਂ ਵਿੱਚ ਹੰਝੂ ਲੈ ਕੇ ਉਹ ਸਰਕਾਰ ਤੋਂ ਸਵਾਲ ਪੁੱਛ ਰਹੀ ਹੈ ਕਿ ਬੱਚੇ ਵਿਆਹੁਣ ਦੀ ਉਮਰ ਵਿੱਚ ਉਹ ਪ੍ਰੀਖਿਆ ਪਾਸ ਕਰੇ ਤਾਂ ਜੋ ਉਸ ਦਾ ਭਵਿੱਖ ਸੁਰੱਖਿਅਤ ਹੋ ਸਕੇ। ਸਰਕਾਰ ਵੱਲੋਂ ਟੈਸਟ ਕਿਹਾ ਜਾ ਰਿਹਾ ਹੈਗਾ, ਟੈਸਟ ਵੈਸੇ ਤਾਂ ਉਹਨਾਂ ਨੇ ਮੁਲਤਵੀ ਕਰ ਦਿੱਤਾ ਗਿਆ ਹੈਗਾ। ਕਹੇ ਜੇ ਕਿੰਨੇ ਕੁ ਅਧਿਆਪਕ ਹੋਣਗੇ ਤੁਹਾਡੀ ਉਮਰ ਦੇ ਜਿਹੜੇ ਕਿ ਇੰਨੀ ਜਿਨ੍ਹਾਂ ਦੀ ਉਮਰ ਹੋਊਗੀ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਟੈਸਟ ਦੇਣ ਵਾਸਤੇ ਕਿਹਾ ਜਾ ਰਿਹਾ? ਜੀ ਮੈਨੂੰ ਲੱਗਦਾ 12-13 ਹਜ਼ਾਰ ਹੈਗੇ ਟੀਚਰ ਤੇ ਮਤਲਬ ਉਹਨਾਂ ਵਿੱਚੋਂ 50% ਤਾਂ ਮਤਲਬ 50 ਸਾਲ ਦੀ ਉਮਰ ਦੇ ਹੋ ਗਏ ਹੋਣਗੇ ਤੇ ਉਹ ਹੁਣ ਉਹ ਟੈਸਟ ਕਿੱਥੋਂ ਕਲੀਅਰ ਕਰ ਲੈਣਗੇ। ਹੁਣ ਉਹਨਾਂ ਦੀ ਉਮਰ ਕੋਈ ਹੈਗੀ ਆ, ਉਹ ਤਾਂ ਆਪਦੇ ਬੱਚਿਆਂ ਦੀਆਂ ਟੈਨਸ਼ਨਾਂ, ਹੁਣ ਵਿਆਹੁਣ ਵਾਲੇ ਬੱਚੇ ਆ ਤੇ ਉਹ ਆਪਦੇ ਕਬੀਲਦਾਰੀ ਚਲਾਉਣ ਕੇ ਕਹਿੰਦੇ ਹੁੰਦੇ ਹੁਣ ਟੈਸਟਾਂ ਦੇਣ ਤੇ ਆਪਦਾ ਗਾਂ ਵੀ ਕੋਈ ਨਹੀਂ ਗਈ ਵੀ ਮਤਲਬ ਕੋਈ ਪੈਨਸ਼ਨ ਹੋ ਜੂ ਬੱਚਿਆਂ ਦੀ, ਮਤਲਬ ਆਪ ਪੜਾਇਆ ਇੰਨੀ ਕੋਈ ਤਨਖਾਹ ਲੈਂਦੇ ਸੀ, ਕੁਛ ਜੋੜ ਲਿਆ, ਕੋਈ ਨਹੀਂ ਆਪਦੀ ਜ਼ਿੰਦਗੀ ਦਾ ਕੋਈ ਵੀ ਨਹੀਂ ਹੈਗਾ। ਮੈਂ ਮੰਗ ਕਰਦੀ ਵੀ ਸਾਰਿਆਂ ਨੂੰ ਪੱਕੇ ਕਰ ਦਿਓ ਵੀ ਹਜੇ ਵੀ ਕੋਈ ਕਸਰ ਰਹਿੰਦੀ ਆ। ਹਾਂ ਸਾਰੀ ਉਮਰ ਲੰਘ ਗਈ, ਹੁਣ ਮੈਂ ਤੁਸੀਂ ਸਮਝ ਲਓ ਪੜ੍ਹਾਈ ਮੇਰੀ ਕਰਨ ਦੀ ਕੋਈ ਉਮਰ ਹੈਗੀ ਆ? ਮੇਰੀ ਖੁਦ ਬੱਚੇ ਪੜ੍ਹਾ ਲਏ, ਪੜ੍ਹਾਉਣ ਤੇ ਹੁਣ ਵਿਆਹੁਣ ਵਾਲੇ ਹੋ ਗਏ ਬੱਚੇ ਖੁਦ ਤੇ ਹੁਣ ਮੈਂ ਹਜੇ ਪੜ੍ਹਦੀ ਫਿਰਾਂ। ਇਹ ਸ਼ਰਨਜੀਤ ਕੌਰ ਦੀ ਹਿੰਮਤ ਹੀ ਹੈ ਜਿਸ ਦੇ ਦਮ ਤੇ ਉਸਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਉਣ ਦੇ ਬਾਵਜੂਦ ਕੈਨੇਡਾ ਭੇਜ ਦਿੱਤਾ। ਭੇਜਦੀ ਵੀ ਕਿਉਂ ਨਾ, ਜਦੋਂ ਆਪਣੇ ਮੁਲਕ ਵਿੱਚ ਇਨਸਾਨ ਦੀ ਕੋਈ ਕਦਰ ਹੀ ਨਾ ਹੋਵੇ ਤਾਂ ਮਾਪਿਆਂ ਨੂੰ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਵਿਦੇਸ਼ ਹੀ ਭੇਜਣਾ ਪੈਂਦਾ ਹੈ। ਬੱਚੇ ਜੀ ਹੁਣ ਮੈਂ ਆਪਦੇ ਪੜ੍ਹਾ ਕੇ 2 ਮੇਰੇ ਬੱਚੇ ਮੈਂ ਮਿਹਨਤ ਕਰ ਕਰਕੇ ਤੇ ਮੇਰੇ ਬਾਹਰ ਗਏ ਵੇ ਆ। ਹਾਂ ਹੁਣ ਮੈਂ ਬਾਹਰ ਕਰ ਲਏ ਵੇ 2 ਕੈਨੇਡਾ ਤੇ। ਹਾਂ ਬੱਚੇ ਕਿੱਥੇ ਪੜਾਏ ਹੋਏ ਤੁਸੀਂ ਆਪਣੇ? ਮੈਂ ਸਰਕਾਰੀ ਸਕੂਲ ਚ ਆਪਦੇ ਕੋਲੇ ਬੱਚੇ ਪੜਾਏ ਆ ਖੁਦ। ਹਾਂ ਸਰਕਾਰੀ ਸਕੂਲ ਚ ਕਿਉਂਕਿ ਮੇਰੀ ਇੰਨੀ ਹੈ ਨਹੀਂ ਸੀ ਵੈਲਿਊ ਵੀ ਮੈਂ ਪ੍ਰਾਈਵੇਟ ਸਕੂਲਾਂ ਚ ਪਾਉਂਦੀ ਤੇ ਮੈਂ ਖੁਦ ਆਪ ਨਾਲ ਪੜਾ ਕੇ ਇਹਨਾਂ ਨੂੰ ਤੇ ਵੀ ਇੰਟੈਲੀਜੈਂਟ ਬਣਾਉਂਦੀ ਰਹੀ। ਆਪ ਮੈਂ ਖੁਦ ਇੰਟੈਲੀਜੈਂਟ ਸੀ ਬਹੁਤ
ਜਿਸ ਟਾਈਮ ਮੈਂ ਪੜ੍ਹਦੀ ਹਾਂ। ਹਾਂਜੀ ਉਸੇ ਸਕੂਲ 'ਚ ਪੜ੍ਹਾਇਆ। ਸਿੱਖਿਆ ਵਿਭਾਗ ਦੇ ਬਾਹਰ ਧਰਨਾ ਲਗਾਈ ਬੈਠੇ ਇਹਨਾਂ ਅਧਿਆਪਕਾਂ ਵਿੱਚ ਕਈ ਨੌਜਵਾਨ ਅਧਿਆਪਕ ਅਜਿਹੇ ਵੀ ਨੇ ਜੋ ਬੱਚਿਆਂ ਨੂੰ ਪੜਾਉਣ ਤੋਂ ਬਾਅਦ ਗੋਲ ਗੱਪੇ ਵੇਚਣ, ਆਟੋ ਚਲਾਉਣ ਵਰਗੇ ਕੰਮ ਕਰਦੇ ਨੇ ਤੇ ਕਈਆਂ ਦੇ ਤਾਂ ਘਰ ਸਿਰਫ ਇਸ ਕਰਕੇ ਟੁੱਟ ਚੁੱਕੇ ਨੇ ਕਿਉਂਕਿ ਉਹਨਾਂ ਦੀ ਘੱਟ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਹਾਲਾਂਕਿ ਅਜਿਹੇ ਅਧਿਆਪਕ ਕੈਮਰੇ ਅੱਗੇ ਆਪਣੀ ਹੱਡਬੀਤੀ ਸੁਣਾਉਣ ਤੋਂ ਕਤਰਾ ਰਹੇ ਨੇ, ਪਰ ਕੀ ਇਸ ਨਾਲ ਸਰਕਾਰ ਨੂੰ ਕੋਈ ਫਰਕ ਪੈਂਦਾ ਹੈ? ਰਾਜਾ ਸਾਹਿਬ ਤਾਂ ਆਪਣੇ ਫਾਰਮ ਹਾਊਸ ਵਿੱਚ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਣ ਵਿੱਚ ਹੀ ਮਸਰੂਫ ਨੇ। ਦਲਜੀਤ ਸਿੰਘ, ਪੀਟੀਸੀ ਨਿਊਜ਼, ਮੋਹਾਲੀ। ਅੱਗੇ ਵਧਦੇ ਹਾਂ ਤੇ ਗੱਲ ਹੁਣ ਕਰਦੇ ਹਾਂ ਨਸ਼ਾ ਮੁਕਤ ਕੇਂਦਰਾਂ ਦੀ, ਜੋ ਹੁਣ ਸ਼ਾਇਦ ਨਸ਼ਾ ਮੁਫਤ ਕੇਂਦਰ ਬਣਦੇ ਜਾ ਰਹੇ ਨੇ। ਜੀ ਹਾਂ, ਨਸ਼ਾ ਮੁਫਤ ਕੇਂਦਰ, ਜਿੱਥੇ ਨਸ਼ਾ ਫ੍ਰੀ 'ਚ ਮਿਲ ਰਿਹਾ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਓਟ ਸੈਂਟਰ ਦੇ ਵਿੱਚ ਮਿਲਣ ਵਾਲੀ ਦਵਾਈ ਦੇ ਨਾਲ ਨਸ਼ੇ ਦੀ ਲੱਤ 1 ਸਾਲ ਦੇ ਵਿੱਚ ਛੁੱਟ ਜਾਵੇਗੀ, ਪਰ ਕਈ ਲੋਕ ਅਜਿਹੇ ਵੀ ਨੇ ਜੋ ਹੁਣ ਇਸ ਗੋਲੀ ਦੇ ਆਦੀ ਬਣਦੇ ਜਾ ਰਹੇ ਨੇ। 3 ਸਾਲਾਂ ਤੋਂ ਇਹ ਗੋਲੀ ਓਟ ਸੈਂਟਰ ਤੋਂ ਲੈਂਦੇ ਆ ਰਹੇ ਨੇ। ਨਸ਼ੇ ਦੀ ਆਦਤ ਤਾਂ ਨਹੀਂ ਛੁੱਟੀ, ਪਰ ਇਸ ਗੋਲੀ ਦੀ ਆਦਤ ਜ਼ਰੂਰ ਪੈ ਗਈ ਹੈ। ਓਟ ਸੈਂਟਰਾਂ ਦੀ ਕੀ ਹੈ ਹਕੀਕਤ, ਵੇਖਦੇ ਹਾਂ ਇੱਕ ਰਿਪੋਰਟ ਦੇ ਰਾਹੀਂ। ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਉਹਦੇ ਲੱਕ ਤੋੜ ਕੇ ਦਊਂਗਾ। क्या बात है कैप्टन साहब, क्या बात है। इंज तोड़ रहे हो तुसी नशे दा लक। एक नशे दी लत तो लोकां नूं दूजे नशे दी लत ला के, वाह क्या ही बात है। यह कहण लई असीं इस लई भी मजबूर हो रहे हैं क्योंकि जो आंकड़े, जो तस्वीरां इस वेले निकल के सामने आ रही ने, वो यही इशारा करदियां ने। जी हाँ, पंजाब सरकार दे नशा मुक्त केंद्र हुण शायद नशा मुफ्त केंद्र बनते जा रहे हैं। ਇਹ ਤਸਵੀਰਾਂ ਬਠਿੰਡਾ ਦੀਆਂ ਨੇ, ਜਿੱਥੇ ਸੂਬਾ ਸਰਕਾਰ ਵੱਲੋਂ ਸਾਲ 2018 ਚ 8 ਨਸ਼ਾ ਛੁਡਾਊ ਕੇਂਦਰ ਜਾਂ ਫਿਰ ਕਹੀਏ ਕਿ OOADS ਸੈਂਟਰ ਖੋਲ੍ਹੇ ਗਏ ਸੀ, ਜਾਂ ਫਿਰ ਕਹੀਏ ਕਿ ਓਟ ਸੈਂਟਰ ਖੋਲ੍ਹੇ ਗਏ ਸਨ। ਅਤੇ ਕਾਂਗਰਸ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਇੱਥੇ ਮਿਲਣ ਵਾਲੀ ਸਿਰਫ ਇੱਕ ਗੋਲੀ ਦੇ ਨਾਲ ਹੀ ਮਹਿਜ਼ 1 ਸਾਲ 'ਚ ਮਰੀਜ਼ਾਂ ਦੀ ਨਸ਼ੇ ਦੀ ਲੱਤ ਖਤਮ ਹੋ ਜਾਵੇਗੀ। ਪਰ ਸਰਕਾਰ ਦਾ ਇਹ ਦਾਅਵਾ ਖੋਖਲਾ ਸਾਬਤ ਹੁੰਦਾ ਵਿਖਾਈ ਦੇ ਰਿਹਾ। ਇਲਜ਼ਾਮ ਲੱਗ ਰਹੇ ਨੇ ਕਿ ਸਰਕਾਰ ਨਸ਼ਾ ਛਡਵਾਉਣ ਦੀ ਥਾਂ ਖੁਦ ਲੋਕਾਂ ਨੂੰ ਫ੍ਰੀ 'ਚ ਨਸ਼ਾ ਵੰਡ ਰਹੀ ਹੈ, ਕਿਉਂਕਿ ਹੁਣ ਨਸ਼ੇ ਦੇ ਆਦੀ ਇਸ ਗੋਲੀ ਦੇ ਆਦੀ ਬਣਦੇ ਜਾ ਰਹੇ ਨੇ। ਓਟ ਸੈਂਟਰ 'ਚੋਂ ਆਉਣ ਵਾਲੇ ਕਈ ਮਰੀਜ਼ ਲਗਾਤਾਰ 3 ਸਾਲਾਂ ਤੋਂ ਇੱਥੇ ਆ ਰਹੇ ਨੇ। ਡਾਕਟਰਾਂ ਵੱਲੋਂ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਨੇ, ਪਰ ਹਾਲੇ ਤੱਕ ਇਹਨਾਂ ਦੀ ਨਸ਼ੇ ਦੀ ਲੱਤ ਨਹੀਂ ਛੁੱਟ ਸਕੀ। ਸਵੇਰੇ 8 ਵਜੇ ਤੋਂ ਹੀ ਇੱਥੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ। ਮੇਰਾ ਬਈ ਸੀ ਮਨ ਕਰਿਆ ਜੀ ਮੈਂ ਛੱਡਣ ਦਾ। ਅੱਛਾ, ਸ਼ੁਰੂ ਕਿਵੇਂ ਕੀਤਾ, ਕਿੱਥੋਂ ਮਿਲਿਆ ਨਸ਼ਾ ਤੁਹਾਨੂੰ? ਸ਼ੁਰੂ ਤਾਂ ਜੀ ਬਈ ਸੀ, ਬਸ ਮੈਂ ਕੰਮ ਕਰਦਾ ਸੀਗਾ, ਉੱਥੋਂ ਮਿਲ ਜਾਂਦਾ ਸੀਗਾ, ਮਾੜਾ ਮੋਟਾ ਖਾ ਲੈਂਦੇ ਸੀਗੇ। ਕੀ ਕੰਮ ਕਰਦੇ ਸੀ? ਮੈਂ ਕਾਰ ਮਕੈਨਿਕ ਦਾ। ਤੇ ਹੁਣ ਫਰਕ ਪੈ ਰਿਹਾ ਹੈ? ਹਾਂ ਜੀ ਹਾਂ। ਹੁਣ ਨਸ਼ਾ ਛੱਡ ਦੋਗੇ? ਹਾਂ ਜੀ। ਕੋਰੋਨਾ ਨੂੰ ਰੋਕਣ ਲਈ ਲਾਕਡਾਊਨ ਦਾ ਸਹਾਰਾ ਲਿਆ ਗਿਆ। ਲੋਕ ਘਰਾਂ 'ਚ ਕੈਦ ਹੋ ਕੇ ਰਹਿ ਗਏ। ਅਜਿਹੇ 'ਚ ਨਸ਼ੇ ਦੇ ਆਦੀ ਲੋਕਾਂ ਨੇ ਓਟ ਸੈਂਟਰਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਲੋਕ ਉਸੇ ਫ੍ਰੀ ਗੋਲੀ ਨਾਲ ਨਸ਼ੇ ਦੀ ਆਪਣੀ ਤਲਬ ਨੂੰ ਸ਼ਾਂਤ ਕਰਨ ਲੱਗ ਪਏ, ਜਿਸ ਦਾ ਮਕਸਦ ਇਹਨਾਂ ਨੂੰ ਨਸ਼ੇ ਦੇ ਇਸ ਦਲਦਲ 'ਚੋਂ ਬਾਹਰ ਕੱਢਣਾ ਸੀ। ਹੁਣ ਜ਼ਰਾ ਇੱਕ ਨਜ਼ਰ ਕੁਝ ਅੰਕੜਿਆਂ ਤੇ ਵੀ ਮਾਰ ਲੈਂਦੇ ਹਾਂ। 2018 'ਚ ਸਿਰਫ 788 ਮਰੀਜ਼ ਇਸ ਕਲੀਨਿਕ 'ਚ ਆਉਂਦੇ ਸਨ। 2019 'ਚ ਮਰੀਜ਼ਾਂ ਦੀ ਗਿਣਤੀ ਘਟ ਕੇ 474 ਹੋ ਗਈ, ਪਰ ਮਾਰਚ 2020 'ਚ ਇਹ ਅੰਕੜਾ 6085 ਤੱਕ ਪਹੁੰਚ ਗਿਆ। ਸਾਲ 2018-19 'ਚ ਇੱਕ ਦਿਨ 'ਚ ਕਰੀਬ 250 ਲੋਕਾਂ ਨੂੰ ਨਸ਼ਾ ਛੱਡਣ ਦੇ ਲਈ ਇਹ ਗੋਲੀ ਦਿੱਤੀ ਜਾਂਦੀ ਸੀ, ਜਦਕਿ ਲਾਕਡਾਊਨ ਲੱਗਦੇ ਹੀ 1300 ਮਰੀਜ਼ ਇਸ ਗੋਲੀ ਨੂੰ ਲੈਣ ਦੇ ਲਈ ਓਟ ਕਲੀਨਿਕ ਪਹੁੰਚਣੇ ਸ਼ੁਰੂ ਹੋ ਗਏ। ਪੀਟੀਸੀ ਨਿਊਜ਼ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਡਾਕਟਰ ਦੀਪਿਕਾ ਗਰਗ ਨੇ ਵੀ ਮੰਨਿਆ ਕਿ ਲਾਕਡਾਊਨ ਦੌਰਾਨ ਮਰੀਜ਼ਾਂ ਨੂੰ ਬਾਹਰੋਂ ਨਸ਼ਾ ਨਹੀਂ ਮਿਲ ਪਾ ਰਿਹਾ ਸੀ, ਇਸੇ ਲਈ ਉਹਨਾਂ ਨੇ ਨਸ਼ਾ ਮੁਕਤ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਇਹ ਗੋਲੀ ਖਾਣੀ ਸ਼ੁਰੂ ਕਰ ਦਿੱਤੀ। ਜਦੋਂ ਪਿਛਲੀ ਵਾਰੀ ਲਾਕਡਾਊਨ ਲੱਗਿਆ ਸੀਗਾ ਮਾਰਚ 2020 ਵਿੱਚ, ਉਦੋਂ ਤੋਂ ਪੇਸ਼ੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ, ਕਿਉਂਕਿ ਪੇਸ਼ੈਂਟਸ ਨੂੰ ਬਾਹਰੋਂ ਨਸ਼ਾ ਮਿਲਣਾ ਬੰਦ ਹੋ ਗਿਆ। ਜਦੋਂ ਇਹਨਾਂ ਮਰੀਜ਼ਾਂ ਨੂੰ ਸਾਡੇ ਸਹਿਯੋਗੀ ਨੇ ਵੀ ਇਹ ਸਵਾਲ ਪੁੱਛਿਆ ਕਿ ਆਖਰ ਉਹਨਾਂ ਨੂੰ ਨਸ਼ੇ ਦੀ ਲੱਤ ਕਿਵੇਂ ਲੱਗੀ, ਤਾਂ ਉਹਨਾਂ ਮੰਨਿਆ ਕਿ ਪਿੰਡਾਂ 'ਚ ਨਸ਼ਾ ਆਮ ਹੀ ਵਿਕ ਰਿਹਾ। ਇਸੇ ਦੇ ਚਲਦਿਆਂ ਉਹ ਨਸ਼ੇ ਦੇ ਇਸ ਮਕੜ ਜਾਲ 'ਚ ਫਸਦੇ ਚਲੇ ਗਏ।
ਨਸ਼ੇ ਦੀ ਆਦਤ ਪਈ ਕਿਵੇਂ, ਕਿੱਥੋਂ? ਪਿੰਡਾਂ 'ਚ ਮਿਲ ਜਾਂਦਾ ਜੀ ਇਸੇ ਆਮ? ਪਿੰਡਾਂ 'ਚ ਆਮ ਮਿਲਦਾ ਹੁੰਦਾ ਸੀ ਜੀ ਅੱਛਾ। ਤੇ ਉੱਥੋਂ ਖਾਣਾ ਸ਼ੁਰੂ ਕਰਤਾ ਜੀ। ਇਸ ਪੂਰੇ ਮਾਮਲੇ ਤੇ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਨੂੰ ਜਦੋਂ ਸਵਾਲ ਪੁੱਛੇ ਗਏ ਤਾਂ ਉਹ ਕੀ ਸਫਾਈ ਦਿੰਦੇ ਨਜ਼ਰ ਆਏ, ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਜਿਹੜਾ 1 ਸਾਲ ਵਾਲਾ ਸੀਗਾ ਕਿ 1 ਸਾਲ 'ਚ ਬੰਦੇ ਦੀ ਦਵਾਈ ਜਿਹੜੀ ਛੁੱਟ ਜਾਏਗੀ, ਨਸ਼ਾ ਬਿਲਕੁਲ ਛੁੱਟ ਜਾਏਗਾ, ਉਹ ਕਿਤੇ ਨਾ ਕਿਤੇ ਪਰ ਡਿਫੀਟ ਹੋ ਨਹੀਂ ਰਿਹਾ। ਸਰ, ਇੱਦਾਂ ਨਹੀਂ ਸਰ। ਉਹ 'ਚ ਕੀ ਹੈ, ਅਸੀਂ ਪੇਸ਼ੈਂਟ ਨੂੰ ਰੈਗੂਲਰ, ਅਸੀਂ ਦੇਖੋ ਧੱਕੇ ਨਾਲ ਕਿਸੇ ਪੇਸ਼ੈਂਟ ਦੀ ਦਵਾਈ ਘਟਾਵਾਂਗੇ, ਉਹਦਾ ਤਾਂ ਪ੍ਰੋਗਰਾਮ ਵੈਸੇ ਵੀ ਡਿਫੀਟ ਹੋ ਜਾਏਗਾ। ਉਹ 'ਚ ਕੀ ਹੋਏਗਾ ਕਿ ਪੇਸ਼ੈਂਟ ਫਿਰ ਨਸ਼ਾ ਵੀ ਕਰ ਰਿਹਾ, ਦਵਾਈ ਵੀ ਲੈ ਰਿਹਾ, ਉਹਦਾ ਵੀ ਫਾਇਦਾ ਨਹੀਂ। ਅਸੀਂ ਪੇਸ਼ੈਂਟ ਦੀ ਪ੍ਰੋਪਰ ਕਾਉਂਸਲਿੰਗ ਕਰਦੇ ਹਾਂ, ਪ੍ਰੋਪਰਲੀ ਮੋਟੀਵੇਟ ਕਰਕੇ ਪੇਸ਼ੈਂਟ ਦੀ ਸਹਿਮਤੀ ਨਾਲ ਹੌਲੀ ਹੌਲੀ, ਸਾਡੇ ਕੋਲ 2 ਤਰ੍ਹਾਂ ਦੀ, ਇੱਕ ਸਟਰੈਂਥ ਹੋ ਰਿਹਾ ਦਵਾਈ ਦੀ, ਘੱਟ ਸਟਰੈਂਥ ਦੀ, ਉਹਨੂੰ ਘੱਟ ਸਟਰੈਂਥ 'ਤੇ ਲਿਆਉਂਦੇ ਆ। ਜਦੋਂ ਪੇਸ਼ੈਂਟ ਵੀ ਕੰਫਰਟੇਬਲ ਹੁੰਦਾ ਉਦੋਂ ਅਸੀਂ ਪੇਸ਼ੈਂਟ ਨੂੰ ਹੌਲੀ ਹੌਲੀ ਵੀਨ ਆਫ ਕਰਕੇ ਦਵਾਈ ਬੰਦ ਕਰ ਦਿੰਦੇ। ਕਾਫੀ ਪੇਸ਼ੈਂਟ ਦਵਾਈ ਅਸੀਂ ਬੰਦ ਵੀ ਕਰ ਚੁੱਕੇ ਹਾਂ, ਕਾਫੀ ਦੀ ਘਟਾਈ ਜਾਂਦੇ ਹਾਂ ਹੌਲੀ ਹੌਲੀ ਗ੍ਰੈਜੂਅਲੀ। ਤਾਂ ਇਹ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਦੱਸੋ ਆਖਰ ਕੀ ਸਮਝੀ? ਇਹ ਸਮਝੀ ਕਿ ਸੂਬੇ 'ਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਸੱਤਾ 'ਚ ਆਉਣ ਦੇ ਲਈ ਇਸਤੇਮਾਲ ਕੀਤੇ ਗਏ ਮਹਿਜ਼ ਸਿਆਸੀ ਜੁਮਲੇ ਸਨ, ਜਾਂ ਇਹ ਸਮਝੀਏ ਕਿ ਨਸ਼ਾ ਮੁਕਤ ਸੈਂਟਰ ਹੁਣ ਨਸ਼ਾ ਮੁਫਤ ਸੈਂਟਰ ਬਣਦੇ ਜਾ ਰਹੇ ਨੇ? ਸਿਆਣੇ ਤੁਸੀਂ ਖੁਦ ਹੋ, ਸਮਝਦਾਰ ਤੁਸੀਂ ਖੁਦ ਹੋ, ਖੁਦ ਹੀ ਸਮਝ ਜਾਓਗੇ। ਵੈਸੇ ਤੁਹਾਨੂੰ ਦੱਸ ਦਈਏ ਕਿ ਚੋਣਾਂ ਨੇੜੇ ਆਉਣ ਵਾਲੀਆਂ ਨੇ ਤੇ ਸੈਂਟਰਾਂ ਦੇ ਵਿੱਚੋਂ ਕੋਈ ਵੀ ਮਰੀਜ਼ ਖਾਲੀ ਹੱਥ ਨਾ ਪਰਤੇ, ਇਸ ਦਾ ਵੀ ਖਾਸ ਧਿਆਨ ਹੀ ਰੱਖਿਆ ਜਾ ਰਿਹਾ। ਪੀਟੀਸੀ ਨਿਊਜ਼ ਲਈ ਬਠਿੰਡਾ ਤੋਂ ਨਿਖਿਲ ਸ਼ਰਮਾ ਦੀ ਰਿਪੋਰਟ। ਅੱਗੇ ਵਧਾਂਗੇ, ਗੱਲ ਹੁਣ ਕਰਦੇ ਹਾਂ ਪੰਜਾਬ ਪੁਲਿਸ ਦੀ। ਜਦੋਂ ਸੁਰੱਖਿਆ ਕਰਨ ਵਾਲੇ ਖੁਦ ਹੀ ਗੁੰਡੇ ਬਣ ਜਾਣ ਤਾਂ ਕਈ ਤਰ੍ਹਾਂ ਦੇ ਸਵਾਲ ਉੱਠਣੇ ਲਾਜ਼ਮੀ ਨੇ। ਸਵਾਲ ਕਾਨੂੰਨ ਵਿਵਸਥਾ ਤੇ ਖੜੇ ਹੋ ਰਹੇ ਨੇ, ਸਵਾਲ ਕਾਨੂੰਨ ਦੇ ਰਖਵਾਲਿਆਂ ਤੇ ਖੜੇ ਹੋ ਰਹੇ ਨੇ, ਜਿਨ੍ਹਾਂ ਦੀ ਡਿਊਟੀ ਲੋਕਾਂ ਦੀ ਮਦਦ ਕਰਨ ਲਈ ਹੁੰਦੀ ਹੈ, ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਹੁੰਦੀ ਹੈ, ਪਰ ਉਹ ਤਾਂ ਕੁਝ ਹੋਰ ਹੀ ਕਰਦੇ ਵਿਖਾਈ ਦਿੰਦੇ ਨੇ। ਕੀ ਕਰ ਰਹੇ ਨੇ ਇਹ ਸੁਰੱਖਿਆ ਮੁਲਾਜ਼ਮ, ਕੀ ਕਰ ਰਹੀ ਹੈ ਪੁਲਿਸ, ਵਿਖਾਉਂਦੇ ਹਾਂ ਤੁਹਾਨੂੰ ਇੱਕ ਰਿਪੋਰਟ ਦੇ ਰਾਹੀਂ। ਥੱਪੜ ਮਾਰੇ ਮੂੰਹ ਤੇ, ਲੱਤਾਂ ਮਾਰੀਆਂ ਮੇਰੇ ਪੇਟ 'ਚ, ਮੇਰੀ ਵਾਸ਼ਰੂਮ ਵਾਲੀ ਜਗ੍ਹਾ ਤੇ ਮਾਰੀ। ਕੀ ਇਹ ਜਿਹੇ ਬੱਚੇ ਨੇ ਲੀਗਲ ਕੰਮ ਕਰਤਾ ਹੈ, ਉਹਦੇ ਪਰਿਵਾਰ ਲੀਗਲ ਕੰਮ ਹੈ। ਜਿਹੜੀ ਪੁਲਿਸ ਲੋਕਾਂ ਦੀ ਸੁਰੱਖਿਆ ਕਰਦੀ ਹੈ, ਹੁਣ ਉਹੀ ਖਾਕੀ ਵਾਲੇ ਲੋਕਾਂ ਤੇ ਤਸ਼ੱਦਦ ਢਾ ਰਹੇ ਨੇ, ਜਿਨ੍ਹਾਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ। ਹੁਣ ਉਹੀ ਕਾਨੂੰਨ ਦੇ ਰਖਵਾਲੇ ਸਵਾਲਾਂ ਦੇ ਘੇਰੇ 'ਚ ਘਿਰਦੇ ਵਿਖਾਈ ਦੇ ਰਹੇ ਨੇ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ, ਇਹ ਤਾਂ ਇਸ ਨੌਜਵਾਨ ਦੇ ਸਰੀਰ ਤੇ ਪਈਆਂ ਇਹ ਲਾਸਾਂ ਕਹਿ ਰਹੀਆਂ ਨੇ। ਸੱਟਾਂ ਦੇ ਨਿਸ਼ਾਨ ਚੀਖ ਕੇ ਕਹਿ ਰਹੇ ਨੇ, ਇਸ ਪਰਿਵਾਰ ਦਾ ਦਰਦ ਕਹਿ ਰਿਹਾ, ਇਸ ਨੌਜਵਾਨ ਦੇ ਹੰਝੂ ਕਹਿ ਰਹੇ ਨੇ ਕਿ ਜਿਨ੍ਹਾਂ ਤੋਂ ਇਨਸਾਫ ਦੀ ਉਮੀਦ ਸੀ, ਉਹਨਾਂ ਨੇ ਹੀ ਉਸ ਤੇ ਤਸ਼ੱਦਦ ਢਾ ਦਿੱਤੀ ਤੇ ਕੁੱਟ ਕੇ ਬੁਰਾ ਹਾਲ ਕਰ ਦਿੱਤਾ, ਸਰੀਰ ਨੀਲਾ ਕਰ ਦਿੱਤਾ। ਦਰਅਸਲ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਬਠਿੰਡਾ ਤੋਂ, ਜਿੱਥੇ ਪੁਲਿਸ ਮੁਲਾਜ਼ਮਾਂ ਤੇ 12ਵੀਂ ਜਮਾਤ 'ਚ ਪੜ੍ਹਦੇ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ। ਪੀੜਤ ਨੌਜਵਾਨ ਮੁਤਾਬਕ ਉਸਨੇ ਪ੍ਰਤਾਪ ਨਗਰ 'ਚ ਆਂਡਿਆਂ ਦੀ ਰੇੜੀ ਲਗਾਈ ਸੀ। ਅਚਾਨਕ ਪੁਲਿਸ ਦੇ ਮੁਲਾਜ਼ਮ ਆਉਂਦੇ ਨੇ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਗੈਰ ਕਾਨੂੰਨੀ ਕੰਮ ਕਰ ਰਹੇ ਆ, ਲੋਕਾਂ ਨੂੰ ਤੂੰ ਸ਼ਰਾਬ ਪਿਆ ਰਿਹਾ, ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਤਰਲੇ ਮਿੰਨਤਾਂ ਬਥੇਰੀਆਂ ਕੀਤੀਆਂ, ਪਰ ਕਾਨੂੰਨ ਦੇ ਰਖਵਾਲਿਆਂ ਨੇ ਇੱਕ ਨਾ ਸੁਣੀ ਤੇ ਕੁਟਾਪਾ ਝਾੜਨਾ ਸ਼ੁਰੂ ਕਰ ਦਿੱਤਾ। 7:30 ਵਜੇ ਮੁਲਾਜ਼ਮ ਆਈ ਤੇ ਉਹਨਾਂ ਨੇ ਜਿਵੇਂ ਮੈਨੂੰ ਟਾਰਗੇਟ ਕਰ ਰੱਖਿਆ ਹੁੰਦਾ ਜੀ, ਮੇਰੇ ਕੋਲ ਸਿੱਧੀ ਆ ਕੇ ਗੱਡੀ ਰੋਕੀ ਉਹਨਾਂ ਨੇ ਤੇ ਆ ਕੇ ਮੈਨੂੰ ਕਹਿਣ ਲੱਗ ਗਿਆ ਤੂੰ ਪੈਗ ਲਵਾਉਣਾ। ਮੈਂ ਕਿਹਾ ਪੈਗ ਨਹੀਂ ਲਵਾਉਂਦੇ, ਪਹਿਲੇ ਪੈਕਿੰਗ ਵਾਲਾ ਸਿਸਟਮ ਹੈ। ਤੇ ਉਹਨਾਂ ਨੇ ਬਸ ਕੁਝ ਨਹੀਂ ਦੇਖਿਆ, ਆ ਕੇ ਇੱਧਰ ਮੇਰੇ ਇੱਕ ਪਾਸੇ ਡੰਡੇ ਮਾਰੇ, 5-7 ਜਾਣੇ ਸੀਗੇ ਜੀ। ਉਹ ਇੱਕ SHO ਸੀਗਾ ਜੀ ਅੰਮ੍ਰਿਤਪਾਲ ਸਿੰਘ, ਇੱਕ ਲਖਬੀਰ ਸਿੰਘ ਸੀਗੇ ਜੀ। ਉਹਨਾਂ ਨੇ ਆ ਕੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਨੀਚੇ ਸਿਰ ਕਰਕੇ ਬਹਿ ਗਈ, ਉਹ ਡੰਡੇ ਮਾਰੀ ਗਏ ਮੇਰੇ ਢੂਈ ਤੇ ਤੇ ਮੇਰੇ ਥੱਪੜ ਮਾਰੇ ਮੂੰਹ ਤੇ, ਲੱਤਾਂ ਮਾਰੀਆਂ ਮੇਰੇ ਪੇਟ 'ਚ, ਮੇਰੀ ਵਾਸ਼ਰੂਮ ਵਾਲੀ ਜਗ੍ਹਾ ਤੇ ਮਾਰੀ। ਦਰਦ ਨਹੀਂ ਹਟ ਰਿਹਾ ਜੀ, ਰਾਤ ਦਾ ਵਾਸ਼ਰੂਮ ਕਰਨ ਵਿੱਚ ਵੀ ਦਿੱਕਤ ਆਉਂਦੀ ਹੈ। ਤਾਂ ਸੁਣਿਆ ਤੁਸੀਂ ਕਿੰਨਾ ਤਸ਼ੱਦਦ ਢਾਇਆ ਗਿਆ ਇਸ ਨੌਜਵਾਨ ਤੇ। ਕਰੋਨਾ ਕਾਲ ਚੱਲ ਰਿਹਾ, ਪਿਤਾ ਬਿਮਾਰ ਪਿਆ, ਮੋਢਿਆਂ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਹੈ ਤੇ ਆਪਣੀ ਪੜ੍ਹਾਈ ਦਾ ਖਰਚਾ ਕੱਢਣ ਲਈ ਆਂਡਿਆਂ ਦੀ ਰੇੜੀ ਹੀ ਤਾਂ ਲਗਾਈ ਸੀ ਇਸ ਨੌਜਵਾਨ ਨੇ, ਪਰ ਸ਼ਾਇਦ ਪੁਲਿਸ ਵਾਲਿਆਂ ਨੂੰ ਇਹ ਰਾਸ ਨਾ ਆਈ। ਮੇਰਾ ਨਾਮ ਨਵੀ ਕੁਮਾਰ ਹੈ ਜੀ, ਮੈਂ ਰੇੜੀ ਲਾਉਣਾ ਪ੍ਰਤਾਪ ਨਗਰ ਵਿੱਚ ਆਂਡਿਆਂ ਦੀ। ਮੇਰੇ ਪਾਪਾ ਜੀ ਬਿਮਾਰ ਨੇ, 2-3 ਸਾਲਾਂ ਤੋਂ ਬਿਮਾਰ ਚੱਲ ਰਹੇ ਨੇ। ਮੈਂ ਆਪਣੀ ਪੜ੍ਹਾਈ ਦਾ ਖਰਚਾ ਵੀ ਆਪ ਹੀ ਚੱਕਦਾ, ਖੁਦ ਚੱਕਦਾ। ਮਾਪਿਆਂ ਦੀਆਂ ਅੱਖਾਂ 'ਚ ਹੰਝੂ ਨੇ, ਦਰਦ ਹੈ,
ਕਾਨੂੰਨ ਦੇ ਰਖਵਾਲਿਆਂ ਦੇ ਖਿਲਾਫ ਰੋਸ ਹੈ। ਬਸ ਇੱਕੋ ਮੰਗ ਹੈ ਕਿ ਇਨਸਾਫ ਦਿੱਤਾ ਜਾਵੇ। ਜੇ ਕੋਈ ਗੱਲ ਸੀ ਤਾਂ ਗੱਲ ਕਰਦੇ ਜੀ, ਮੈਨੂੰ ਫੋਨ ਕਰਕੇ ਬੁਲਾ ਲੈਂਦੇ, ਮੈਂ ਵੀ ਚਲਾ ਜਾਂਦਾ ਉੱਥੇ। ਪਰ ਉਹਨਾਂ ਨੇ ਤਾਂ ਅਣਮਨੁੱਖੀ ਵਿਵਹਾਰ ਕੀਤਾ ਜੀ ਮੇਰੇ ਬੱਚੇ ਨਾਲ। ਇੱਕ ਬੱਚਾ ਮੇਰਾ ਇੱਕ ਮਾਰਨੇ ਬਦਲਿਆ ਇਹਨੂੰ, ਇੰਨਾ ਕੀ ਉਹ ਹੈ ਜੀ। ਬਾਕੀ ਵੀ ਉੱਥੇ ਲੋਕ ਕੰਮ ਕਰਦੇ, 7:30 ਵਜੇ ਦਾ ਟਾਈਮ ਹੈ, 8 ਵਜੇ ਬੰਦ ਹੁੰਦਾ ਜੀ। ਜੇ ਕੋਈ ਇੱਥੇ ਕੋਈ ਵੀ ਪ੍ਰੋਬਲਮ ਸੀਗਾ ਤਾਂ ਬੱਚੇ ਨੂੰ ਸਮਝਾ ਸਕਦੇ ਸੀ, ਤਾਂ ਉਹ ਕਰ ਸਕਦੇ ਸੀਗੇ। ਮੈਂ ਥਾਣੇ 'ਚ ਗਿਆ ਜੀ, ਬੇਨਤੀ ਕੀਤੀ ਹੈ। ਅਸੀਂ ਕਹਿੰਦੇ ਇਨਲੀਗਲ ਕੰਮ ਹੀ ਨਹੀਂ ਹੋਣ ਦਿੰਦੇ। ਤੁਸੀਂ ਕੀ ਇਹੋ ਜਿਹੇ ਬੱਚੇ ਨੇ ਇਨਲੀਗਲ ਕੰਮ ਕਰਤਾ ਜੀ, ਉਹਦੇ ਪਰਿਵਾਰ ਪਾਲਣਾ ਇਨਲੀਗਲ ਕੰਮ ਹੈ ਜੀ। ਤੁਹਾਨੂੰ ਇਨਸਾਫ ਚਾਹੀਦਾ ਜੀ। ਸਹੀ ਕਿਹਾ ਤੁਸੀਂ। ਜੇਕਰ ਕੋਈ ਬੰਦਾ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਤਾਂ ਕੀ ਉਹ ਗੈਰ ਕਾਨੂੰਨੀ ਹੈ? ਕੁਝ ਤਾਂ ਸੋਚ ਲੈਂਦੇ, ਪਰਿਵਾਰ ਦੇ ਨਾਲ ਗੱਲ ਹੀ ਕਰ ਲੈਂਦੇ। ਖਾਕੀ ਵਾਲਿਓ, ਆਓ ਅੱਗੇ ਆਓ ਤੇ ਜਵਾਬ ਦਿਓ। ਇਸ ਸਵਾਲ ਦਾ ਜਵਾਬ ਪੁੱਛ ਰਹੇ ਨੇ ਪੀੜਤ ਕਿ ਬਸ ਵਰਦੀ ਪਾ ਕੇ ਤੌਂਸ ਵਿਖਾ ਕੇ ਲੋਕਾਂ ਤੇ ਤਸ਼ੱਦਦ ਹੀ ਢਾਉਣੀ ਆਉਂਦੀ ਹੈ ਜਾਂ ਫਿਰ ਸਵਾਲਾਂ ਦੇ ਜਵਾਬ ਦੇਣੇ ਵੀ ਆਉਂਦੇ ਨੇ। ਉਧਰ ਸਾਡੇ ਸਹਿਯੋਗੀ ਨੇ ਇਸ ਪੂਰੇ ਮਾਮਲੇ ਬਾਰੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਹੀ ਖਾਰਜ ਕਰ ਦਿੱਤਾ ਤੇ ਕੈਮਰੇ ਤੋਂ ਭੱਜਦੇ ਨਜ਼ਰ ਆਏ। ਪੀੜਤਾਂ ਵੱਲੋਂ ਐਸਐਚਓ ਤੇ ਲਗਾਏ ਦੋਸ਼ਾਂ ਸੰਬੰਧੀ ਜਦੋਂ ਐਸਐਚਓ ਕਨਾਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹਨਾਂ ਸਾਰੇ ਆਰੋਪਾਂ ਨੂੰ ਨਕਾਰ ਦਿੱਤਾ ਅਤੇ ਕੈਮਰੇ ਤੋਂ ਟਲਦੇ ਹੋਏ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਆਲਾ ਅਧਿਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਆ ਜਾਂ ਫਿਰ ਇਹ ਪੂਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾਇਆ ਜਾਂਦਾ ਹੈ। ਜੁਗਨੂ ਸ਼ਰਮਾ, ਪੀਟੀਸੀ ਨਿਊਜ਼, ਬਠਿੰਡਾ। ਅੱਗੇ ਵਧਦੇ ਹਾਂ ਤੇ ਗੱਲ ਹੁਣ ਕਰਦੇ ਹਾਂ ਨਵਾਂ ਸ਼ਹਿਰ ਦੀ, ਜਿੱਥੋਂ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ। ਪਿਛਲੇ ਕੁਝ ਸਮੇਂ 'ਚ ਫੇਸਬੁੱਕ, ਇੰਸਟਾਗ੍ਰਾਮ ਜਾਂ ਫਿਰ ਆਨਲਾਈਨ ਸਾਈਟਸ ਤੇ ਵਿਆਹ ਕਰਵਾਉਣ ਦੇ ਨਾਮ ਤੇ ਠੱਗੀਆਂ ਦਾ ਲਗਾਤਾਰ ਸ਼ਿਕਾਰ ਹੋਣ ਦੇ ਇੱਥੇ ਮਾਮਲੇ ਸਾਹਮਣੇ ਆ ਰਹੇ ਨੇ। ਅਜਿਹਾ ਹੀ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਹੈ। ਇੱਥੇ ਇੱਕ ਆਨਲਾਈਨ ਸਾਈਟ ਤੇ ਇੱਕ ਸ਼ਖਸ ਦੀ ਸੋਨੀਆ ਨਾਮ ਦੀ ਮਹਿਲਾ ਦੇ ਨਾਲ ਮੁਲਾਕਾਤ ਹੁੰਦੀ ਹੈ। ਇਹ ਸੋਨੀਆ ਕਿਵੇਂ ਬੁਣਦੀ ਹੈ ਸੋਨ ਜਾਲ ਅਤੇ ਆਪਣੇ ਜਾਲ 'ਚ ਕਿਵੇਂ ਫਸਾਉਂਦੀ ਸੀ ਨੌਜਵਾਨਾਂ ਨੂੰ, ਇਸ ਦਾ ਖੁਲਾਸਾ ਹੋ ਚੁੱਕਿਆ ਹੈ। ਸੋਨੀਆ ਦੀ ਹਕੀਕਤ ਵਿਖਾਉਂਦੇ ਹਾਂ ਤੁਹਾਨੂੰ ਇੱਕ ਰਿਪੋਰਟ ਦੇ ਰਾਹੀਂ। ਅੱਜ ਦਾ ਦੌਰ ਵਾਕਈ ਜੀ ਅਜੀਬ ਹੈ। ਸਭ ਕੁਝ ਹੀ ਆਨਲਾਈਨ ਹੋਣ ਲੱਗ ਪਿਆ। ਇੱਥੋਂ ਤੱਕ ਕਿ ਲੋਕ ਹੁਣ ਆਪਣਾ ਜੀਵਨ ਸਾਥੀ ਵੀ ਆਨਲਾਈਨ ਹੀ ਚੁਣਨ ਲੱਗ ਪਏ ਨੇ। ਹਰ ਕਿਸੇ ਨੂੰ ਹਰ ਚੀਜ਼ ਜਲਦੀ ਤੋਂ ਜਲਦੀ ਚਾਹੀਦੀ ਹੈ, ਯਾਨੀ ਕਿ ਫਟਾਫਟ। ਪਰ ਇੱਕ ਕੰਪਨੀ ਦੀ ਟੈਗਲਾਈਨ ਹੈ ਜੋ ਕਿ ਬਖੂਬੀ ਕਹਿੰਦੀ ਹੈ ਕਿ ਜਲਦੀ ਕਰੋ, ਜਲਦਬਾਜ਼ੀ ਨਹੀਂ, ਕਿਉਂਕਿ ਇਸ ਦਾ ਵੱਡਾ ਖਮਿਆਜ਼ਾ ਵੀ ਕਈ ਵਾਰ ਇਨਸਾਨ ਨੂੰ ਭੁਗਤਣਾ ਪੈ ਸਕਦਾ ਹੈ। ਮਾਮਲਾ ਹੈ ਨਵਾਂ ਸ਼ਹਿਰ ਦਾ, ਜਿੱਥੇ ਆਨਲਾਈਨ ਵਿਆਹ ਦੇ ਚੱਕਰ 'ਚ ਫਸੇ ਇੱਕ ਸ਼ਖਸ ਦੇ ਨਾਲ ਜੋ ਹੋਇਆ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪੁਲਿਸ ਦੀ ਗ੍ਰਿਫਤ 'ਚ ਖੜੀ ਇਸ ਮਹਿਲਾ ਦਾ ਨਾਮ ਹੈ ਸੋਨੀਆ। ਸੋਨੀਆ ਤੇ ਇਲਜ਼ਾਮ ਲੱਗੇ ਨੇ ਇੱਕ ਸ਼ਖਸ ਦੀ ਜ਼ਿੰਦਗੀ ਬਰਬਾਦ ਕਰਨ ਦੇ। ਇਸ ਮਹਿਲਾ ਦੀ ਯਾਨੀ ਕਿ ਸੋਨੀਆ ਦੀ ਨਵਾਂ ਸ਼ਹਿਰ ਦੇ ਰਵੀ ਕੁਮਾਰ ਦੇ ਇੱਕ ਵਿਅਕਤੀ ਦੇ ਨਾਲ ਆਨਲਾਈਨ ਵੈਬਸਾਈਟ ਦੇ ਰਾਹੀਂ ਮੁਲਾਕਾਤ ਹੋਈ ਸੀ। ਪਿਆਰ ਦੀਆਂ ਪੀਂਘਾਂ ਖੂਬ ਚੜੀਆਂ ਤੇ ਫਿਰ ਇੱਕ ਦਿਨ ਦੋਹਾਂ ਨੇ ਵਿਆਹ ਕਰਨ ਦੀ ਸੋਚ ਲਈ। ਰਵੀ ਤਲਾਕਸ਼ੁਦਾ ਸੀ। ਪਹਿਲੇ ਵਿਆਹ ਤੋਂ ਉਸਦੇ 2 ਬੱਚੇ ਵੀ ਸਨ। ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ। ਰਵੀ ਦੀ ਜ਼ਿੰਦਗੀ ਬੜੀ ਸ਼ਾਨਦਾਰ ਚੱਲ ਰਹੀ ਸੀ, ਪਰ ਫਿਰ ਇੱਕ ਦਿਨ ਅਚਾਨਕ ਉਸ ਦੀ ਜ਼ਿੰਦਗੀ 'ਚ ਭੁਚਾਲ ਆ ਗਿਆ। ਪੀੜਤ ਦਾ ਇਲਜ਼ਾਮ ਹੈ ਕਿ ਸੋਨੀਆ ਨੇ ਉਸ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਪੁਲਿਸ ਥਾਣੇ ਵੀ ਪਹੁੰਚਿਆ, ਪਰ ਰਿਸ਼ਤੇਦਾਰਾਂ ਦੇ ਸਮਝਾਉਣ ਤੋਂ ਬਾਅਦ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ। ਪਰ ਰਵੀ ਨੂੰ ਨਹੀਂ ਸੀ ਪਤਾ ਕਿ ਉਸਨੇ ਤਾਂ ਆਪਣੇ ਘਰ ਦੇ ਅੰਦਰ ਇੱਕ ਚੋਰ ਨੂੰ ਖੁੱਲੀ ਐਂਟਰੀ ਦੇ ਦਿੱਤੀ ਹੈ। ਜੀ ਹਾਂ, ਇੱਕ ਦਿਨ ਜਦ ਪੀੜਤ ਆਪਣੇ ਦੋਸਤਾਂ ਨਾਲ ਕਿਧਰੇ ਬਾਹਰ ਗਿਆ ਹੋਇਆ ਸੀ ਤਾਂ ਸੋਨੀਆ ਉਸ ਦੇ ਘਰ 'ਚ ਪਿਆ ਸਾਰਾ ਸਮਾਨ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਈ। ਫਿਲਹਾਲ ਪੁਲਿਸ ਵੱਲੋਂ ਸੋਨੀਆ ਨੂੰ ਕਾਬੂ ਕਰ ਲਿਆ ਗਿਆ, ਪਰ ਸੋਨੀਆ ਦੇ ਫੜੇ ਜਾਣ ਤੋਂ ਬਾਅਦ ਜੋ ਖੁਲਾਸੇ ਹੋਏ ਉਹ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੇ ਨੇ। ਵਿਆਹ ਤੋਂ 3 ਮਹੀਨੇ ਬਾਅਦ ਮੇਰੀ ਬੱਚੀ ਨੂੰ ਮਾਰਨੇ ਦੀ ਕੋਸ਼ਿਸ਼ ਕੀਤੀ ਤੇ ਉਦੋਂ ਪਰਚਾ ਦਰਜ ਸੀ ਤੇ ਹੁਣ ਇਹਨੇ ਚੋਰੀ ਕੀਤੀ ਆ। ਤੇ ਜਦੋਂ ਚੋਰੀ ਦੀ ਕੰਪਲੇਂਟ ਅਸੀਂ ਕੀਤੀ ਉਹ ਤੋਂ ਪਤਾ ਲੱਗਾ ਕਿ ਇਹਦੇ ਅਨਲੀਗਲ ਮੈਰਿਜ ਹੀ 6-7 ਹੋਈਆਂ 6-7 ਜਾਂ 4-5 ਜਿੰਨੀਆਂ ਵੀ ਸੀਗੀਆਂ ਤੇ ਹੁਣ ਅਸੀਂ ਤੇ ਐਫਆਈਆਰ ਦਰਜ ਕਰਾਤੀ ਆ। ਤਾਂ ਸੁਣਿਆ ਤੁਸੀਂ, ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਵੱਖ-ਵੱਖ ਧਾਰਾਵਾਂ ਹੇਠ 5 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਸੋਨੀਆ ਤੇ ਉਸ ਦੀ ਮਾਂ ਅਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ 2 ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਚੱਲ ਰਹੇ ਨੇ।
ਲੁਧਿਆਣੇ ਇਹਨਾਂ ਦੇ ਘਰੇ ਰੇਡ ਕੀਤਾ ਜੀ। 5 ਦੋਸ਼ੀ ਸੀਗੇ ਟੋਟਲ ਜੀ। ਇਹ ਸੋਨੀ ਦੇ 2 ਬ੍ਰਦਰ, ਉਹਦੀ ਮਾਤਾ ਤੇ ਉਹਦਾ ਪਿਤਾ, ਤੇ ਉਹਨਾਂ ਦੇ ਵਿੱਚੋਂ ਸਾਨੂੰ ਸੋਨੀਆ ਦੀ ਮਾਤਾ ਤੇ ਉਹਦਾ ਇੱਕ ਭਰਾ ਮੋਨੂ ਉਹ ਮਿਲਿਆ ਜੀ। ਬਾਕੀ ਦੋਸ਼ੀ ਇਹਦਾ ਬਾਪ ਤੇ ਇਹਦੀ ਜਿਹੜੀ ਦੂਸਰਾ ਭਰਾ ਸੀਗਾ ਉਹ ਸਾਨੂੰ ਨਹੀਂ ਮਿਲੇ। ਤਾਂ ਲਾਈਫ ਪਾਰਟਨਰ ਆਨਲਾਈਨ ਚੁਣਨ ਦਾ ਚਾਅ ਮਹਿੰਗਾ ਪੈ ਗਿਆ ਨਾ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਨਵਾਂ ਸ਼ਹਿਰ 'ਚ ਇਸ ਤੋਂ ਪਹਿਲਾਂ ਫੇਸਬੁੱਕ, ਇੰਸਟਾਗ੍ਰਾਮ ਜਾਂ ਫਿਰ ਆਨਲਾਈਨ ਸਾਈਟਸ ਦੇ ਰਾਹੀਂ ਵਿਆਹ ਕਰਵਾਉਣ ਦੇ ਨਾਮ ਤੇ ਠੱਗੀਆਂ ਦਾ ਸ਼ਿਕਾਰ ਹੋਣ ਦੇ 3 ਮਾਮਲੇ ਸਾਹਮਣੇ ਆ ਚੁੱਕੇ ਨੇ। ਪਰ ਲੋੜ ਹੈ ਅਜਿਹੇ ਮਾਮਲਿਆਂ ਤੋਂ ਸੇਧ ਲੈਣ ਦੀ ਕਿ ਆਨਲਾਈਨ ਦੇ ਚੱਕਰ 'ਚ ਕਿਧਰੇ ਤੁਹਾਡੀ ਜ਼ਿੰਦਗੀ ਦੀ ਲਾਈਫਲਾਈਨ ਨੂੰ ਹੀ ਕੋਈ ਕੱਟ ਕੇ ਰਫੂ ਚੱਕਰ ਨਾ ਹੋ ਜਾਏ। ਸਾਵਧਾਨ ਰਹੋ ਅਜਿਹੇ ਠੱਗਾਂ ਤੋਂ। BTC ਨਿਊਜ਼ ਲਈ ਨਵਾਂ ਸ਼ਹਿਰ ਤੋਂ ਸੁਖਜਿੰਦਰ ਸੁੱਖਾ ਦੀ ਰਿਪੋਰਟ।